ਸਹੀ ਅਰਥਾਂ ਵਿੱਚ ਭਾਰਤ ਰਤਨ ਸੀ ਰਤਨ ਟਾਟਾ। 9 ਅਕਤੂਬਰ 2024 ਬੁੱਧਵਾਰ ਦੇ ਦਿਨ 86 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਰਤਨ ਨਵਲ ਟਾਟਾ ਭਾਰਤ ਦੇ ਇੱਕ ਬਹੁਤ ਹੀ ਪੁਰਾਣੇ ਵਪਾਰਕ ਘਰਾਣੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਇਸ ਘਰਾਣੇ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਇਨਸਾਨ ਸਨ। ਰਤਨ ਟਾਟਾ ਨੂੰ ਸਿਰਫ ਇੱਕ ਸਨਅਤਕਾਰ ਵਜੋਂ ਹੀ ਨਹੀਂ ਬਲਕਿ ਇੱਕ ਦਾਨਿਸ਼ਵਰ, ਵਿਦਿਆਦਾਨੀ, ਲੋਕ ਹਿੱਤ, ਲੋਕਾਈ ਤੇ ਦੇਸ਼ ਸੇਵਾ ਨੂੰ ਸਮਰਪਿਤ ਇਨਸਾਨ ਵਜੋਂ ਜਾਣਿਆ ਜਾਂਦਾ ਹੈ। ਅੱਜ ਦੇ ਸਨਅਤੀ ਸੰਸਾਰ ਦੀ ਦੌੜ, ਜਿਸ ਵਿੱਚ ਕਿ ਨਿੱਜੀ ਤਿਜੋਰੀਆਂ ਭਰਨ ਅਤੇ ਅਮੀਰਾਂ ਦੀ ਸੂਚੀ ਵਿੱਚ ਆਪਣਾ ਨਾਮ ਸਿਖਰਲਿਆਂ ਵਿੱਚ ਦਰਜ ਕਰਵਾਏ ਜਾਣ ਲਈ ਸਨਅਤੀ ਘਰਾਣਿਆਂ ਵਿੱਚ ਜੱਦੋ ਜਹਿਦ ਚੱਲ ਰਹੀ ਹੈ ਤੇ ਹਰ ਹਰਬਾ ਵਰਤ ਕੇ ਅਜਿਹਾ ਰੁਤਬਾ ਹਾਸਲ ਕਰਨ ਦਾ ਰੁਝਾਨ ਹੈ, ਉੱਥੇ ਰਤਨ ਟਾਟਾ ਉਸ ਦੌੜ ਦਾ ਜੁੜਾਕ ਨਹੀਂ ਸੀ। ਉਸ ਦਾ ਸ਼ੁਮਾਰ ਚੰਦ ਉਹਨਾਂ ਸਨਅਤਕਾਰਾਂ ਵਿੱਚ ਸੀ ਜੋ ਕਿ ਪੈਸੇ ਨੂੰ ਆਪਣੀ ਸ਼ਾਨੋ ਸ਼ੌਕਤ ਅਤੇ ਦਿਖਾਵੇ ਲਈ ਵਰਤੇ ਜਾਣ ਦੀ ਬਜਾਏ ਸਹੀ ਅਰਥਾਂ ਵਿੱਚ ਸਮਾਜ ਅਤੇ ਦੇਸ਼ ਭਲਾਈ ਦੇ ਕੰਮਾਂ ਉੱਪਰ ਖਰਚ ਕਰਨ ਵਿੱਚ ਯਕੀਨ ਰੱਖਦੇ ਸਨ। ਬਚਪਨ ਅਤੇ ਸਿੱਖਿਆ। ਰਤਨ ਟਾਟਾ ਦਾ ਜਨਮ ਇੱਕ ਪਾਰਸੀ ਪਰਿਵਾਰ ਵਿੱਚ 28 ਦਸੰਬਰ 1937 ਨੂੰ ਮੁੰਬਈ ਵਿਖੇ ਪਿਤਾ ਨਵਲ ਟਾਟਾ ਤੇ ਮਾਤਾ ਸੋਨੀ ਦੇ ਘਰ ਹੋਇਆ। ਉਸ ਦੇ ਜਨਮ ਤੋਂ ਮਹਿਜ਼ 10 ਸਾਲ ਬਾਅਦ ਹੀ ਉਸ ਦੇ ਮਾਤਾ-ਪਿਤਾ ਇੱਕ ਦੂਸਰੇ ਤੋਂ ਵੱਖ ਹੋ ਗਏ ਤੇ ਉਸ ਦਾ ਪਾਲਣ ਪੋਸ਼ਣ ਉਸ ਦੀ ਦਾਦੀ ਨਵਾਜ਼ ਬਾਈ ਟਾਟਾ ਵੱਲੋਂ ਕੀਤਾ ਗਿਆ। ਮੁੰਬਈ ਦੇ ਸਕੂਲਾਂ ਤੋਂ ਇਲਾਵਾ ਰਤਨ ਟਾਟਾ ਦੀ ਪੜ੍ਹਾਈ ਬਿਸ਼ਪ ਕਾਟਨ ਸਕੂਲ ਸ਼ਿਮਲਾ ਤੋਂ ਵੀ ਹੋਈ। ਇਸ ਮਗਰੋਂ ਅਮਰੀਕਾ ਦੀ ਕਾਰਨਰ ਯੂਨੀਵਰਸਿਟੀ ਤੋਂ 1962 ਵਿੱਚ ਆਰਕੀਟੈਕਟ ਦੀ ਡਿਗਰੀ ਲੈਣ ਉਪਰੰਤ ਉਹਨਾਂ ਨੇ ਪਰਿਵਾਰ ਦੀ ਜਮਸ਼ੇਦਪੁਰ ਸਥਿਤ ਟੈਲਕੋ ਹੁਣ ਟਾਟਾ ਮੋਟਰਸ ਵਿੱਚ ਬਤੌਰ ਸਹਾਇਕ ਕੰਮ ਕਰਨਾ ਸ਼ੁਰੂ ਕੀਤਾ। ਇਸ ਉਪਰੰਤ ਉਹਨਾਂ ਨੇ ਟਾਟਾ ਗਰੁੱਪ ਦੀਆਂ ਹੋਰਨਾਂ ਕੰਪਨੀਆਂ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਤੇ 1974 ਵਿੱਚ ਉਹਨਾਂ ਨੂੰ ਟਾਟਾ ਸੰਸ, ਜੋ ਕਿ ਟਾਟਾ ਗਰੁੱਪ ਕੰਪਨੀਆਂ ਦੀ ਮਾਲਕੀ ਕੰਪਨੀਆਂ ਵਿੱਚ ਬਤੌਰ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਸ ਵਕਤ ਟਾਟਾ ਦੇ ਚੇਅਰਮੈਨ JRD ਟਾਟਾ ਸਨ। ਕੁੱਲ ਮਿਲਾ ਕੇ ਟਾਟਾ ਗਰੁੱਪ, ਜਿਸ ਦੀ ਸਥਾਪਨਾ ਪਰਿਵਾਰ ਦੇ ਮੋਢੀ ਜਮਸ਼ੇਦ ਜੀ ਟਾਟਾ ਨੇ ਕੀਤੀ ਸੀ, ਦੀ ਹੁਣ ਤੀਕਰ ਦੀ ਕਾਮਯਾਬੀ ਵਿੱਚ 3 ਵਿਅਕਤੀਆਂ ਜਮਸ਼ੇਦ ਟਾਟਾ, JRD ਟਾਟਾ ਤੇ ਰਤਨ ਟਾਟਾ ਦਾ ਯੋਗਦਾਨ ਸਭ ਤੋਂ ਜ਼ਿਆਦਾ ਰਿਹਾ ਹੈ। ਇਸ ਵੇਲੇ ਟਾਟਾ ਗਰੁੱਪ ਦੀਆਂ ਕੋਈ 29 ਤੋਂ ਵਧੇਰੇ ਕੰਪਨੀਆਂ ਹਨ, ਜਿਨ੍ਹਾਂ ਦੀ ਬਾਜ਼ਾਰੀ ਪੂੰਜੀ ਇਸ ਵਕਤ 403 ਅਰਬ ਅਮਰੀਕੀ ਡਾਲਰ ਦੇ ਬਰਾਬਰ ਹੈ ਅਤੇ 100 ਤੋਂ ਵਧੇਰੇ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਕਰ ਰਹੀਆਂ ਹਨ। ਸਟੀਲ ਅਤੇ ਫਿਰ ਆਟੋਮੋਬਾਈਲ ਤੋਂ ਆਪਣਾ ਸਨਅਤੀ ਸਫ਼ਰ ਸ਼ੁਰੂ ਕਰਨ ਵਾਲਾ ਟਾਟਾ ਪਰਿਵਾਰ ਇਸ ਵੇਲੇ ਸੀਮੈਂਟ, ਏਅਰਲਾਈਨ, ਵਿੱਤੀ ਸੇਵਾਵਾਂ, ਟੈਲੀਕਾਮ, IT, ਕੈਮੀਕਲਸ, ਸਿਹਤ ਸੇਵਾਵਾਂ ਤੇ ਬੀਮਾ ਸੇਵਾਵਾਂ ਆਦਿ ਅਨੇਕ ਖੇਤਰਾਂ ਵਿੱਚ ਮੌਜੂਦ ਹੈ। ਇਹ ਟਾਟਾ ਗਰੁੱਪ ਹੀ ਸੀ ਜਿਸ ਨੇ 1956 ਦੇ ਆਸ-ਪਾਸ ਟੈਲਕੋ ਨਾਮੀ ਕੰਪਨੀ ਸਥਾਪਿਤ ਕਰਕੇ ਆਜ਼ਾਦ ਭਾਰਤ ਵਿੱਚ ਰੇਲਵੇ ਇੰਜਨ, ਪਹਿਲੇ ਟਰੱਕ ਅਤੇ ਬੱਸਾਂ ਜਰਮਨੀ ਦੀ ਮਸ਼ਹੂਰ ਕੰਪਨੀ ਮਰਸੀਡੀਜ਼ ਦੀ ਭਾਈਵਾਲੀ ਨਾਲ ਬਣਾਈਆਂ। ਬਾਅਦ ਵਿੱਚ ਇਹ ਭਾਈਵਾਲੀ ਟੁੱਟਣ ਉਪਰੰਤ ਟਾਟਾ ਨੇ ਆਪਣੇ ਪੱਧਰ ਤੇ ਅਨੇਕ ਤਰ੍ਹਾਂ ਦੇ ਛੋਟੇ ਤੇ ਵੱਡੇ ਵਪਾਰਕ ਵਾਹਨ ਬਣਾਏ। ਟਾਟਾ ਦੇ ਮੁਲਾਜ਼ਮ ਅਤੇ ਸਹੂਲਤਾਂ। ਟਾਟਾ ਗਰੁੱਪ ਇਸ ਲਈ ਵੀ ਜਾਣਿਆ ਜਾਂਦਾ ਹੈ ਕਿ ਇਸ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਵਧੇਰੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ। ਇਸ ਵਿੱਚ ਕਰਮਚਾਰੀਆਂ ਲਈ ਪ੍ਰੋਵੀਡੈਂਟ ਫੰਡ ਦੀ ਸ਼ੁਰੂਆਤ 1920 ਦੇ ਆਸ-ਪਾਸ ਉਸ ਵੇਲੇ ਕਰ ਦਿੱਤੀ ਗਈ ਸੀ, ਜਦੋਂ ਸਰਕਾਰੀ ਨੌਕਰੀਆਂ ਵਿੱਚ ਇਸ ਦਾ ਨਾਮੋ ਨਿਸ਼ਾਨ ਵੀ ਮੌਜੂਦ ਨਹੀਂ ਸੀ ਤੇ ਸਰਕਾਰ ਵੱਲੋਂ ਇਸ ਦੀ ਸ਼ੁਰੂਆਤ ਕਿਤੇ ਮਗਰੋਂ ਕੀਤੀ ਗਈ। ਜਮਸ਼ੇਦ ਜੀ ਟਾਟਾ ਵੱਲੋਂ 1911 ਵਿੱਚ ਪਹਿਲਾ ਸਟੀਲ ਪਲਾਂਟ ਲਗਾਏ ਜਾਣ ਮੌਕੇ ਸਥਾਪਿਤ ਕੀਤਾ ਗਿਆ ਜਮਸ਼ੇਦਪੁਰ ਸ਼ਹਿਰ, ਜਿਸ ਨੂੰ ਕਿ ਟਾਟਾ ਨਗਰ ਵੀ ਕਿਹਾ ਜਾਂਦਾ, ਉਹਨਾਂ ਵੇਲਿਆਂ ਵਿੱਚ ਨਮੂਨੇ ਦਾ ਸ਼ਹਿਰ ਮੰਨਿਆ ਜਾਂਦਾ ਸੀ, ਜਿਸ ਵਿੱਚ ਕਿ ਮੁਲਾਜ਼ਮਾਂ ਦੀ ਰਿਹਾਇਸ਼ ਲਈ ਘਰ, ਉਹਨਾਂ ਦੇ ਬੱਚਿਆਂ ਲਈ ਸਕੂਲ ਤੇ ਕਾਮਿਆਂ ਦੇ ਪਰਿਵਾਰਾਂ ਅਤੇ ਹੋਰ ਲੋਕਾਂ ਲਈ ਹਸਪਤਾਲ ਸਥਾਪਿਤ ਕੀਤੇ ਗਏ ਸਨ। ਅੱਜ ਵੀ ਇਹ ਸ਼ਹਿਰ ਆਪਣੇ ਸਮੇਂ ਮੁਤਾਬਕ ਬਹੁਤ ਹੀ ਹਰਿਆ ਭਰਿਆ ਤੇ ਖੁੱਲ੍ਹਾ ਸ਼ਹਿਰ ਹੈ। ਕਾਮੇ ਟਾਟਾ ਗਰੁੱਪ ਵਿੱਚ ਕਿੰਨੇ ਸੰਤੁਸ਼ਟ ਸਨ, ਉਹਨਾਂ ਦੀ ਮਿਸਾਲ ਇਸ ਤੋਂ ਮਿਲਦੀ ਹੈ ਕਿ ਟਾਟਾ ਗਰੁੱਪ ਦੀ ਕਿਸੇ ਕੰਪਨੀ ਵਿੱਚ ਅੱਜ ਤੀਕਰ ਕੇਵਲ ਇੱਕ ਵਾਰੀ 1938 ਵਿੱਚ ਹੜਤਾਲ ਹੋਈ ਸੀ ਤੇ ਉਸ ਹੜਤਾਲ ਦੇ ਮੋਹਰੀ ਉਸ ਵੇਲੇ ਦੇ ਨਾਮੀ ਗ੍ਰਾਮੀ ਨੇਤਾ ਪ੍ਰੋਫੈਸਰ ਅਬਦੁਲ ਬਾਰੀ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ ਤੇ ਜਮਸ਼ੇਦਪੁਰ ਵਿੱਚ ਹੀ ਟਾਟਾ ਦੀ ਕੰਪਨੀ ਟਿਨਮ ਪਲੇਟ ਦੇ ਮੁਲਾਜ਼ਮ ਸਨ। ਬਾਅਦ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਤੇ ਡਾਕਟਰ ਰਾਜਿੰਦਰ ਪ੍ਰਸਾਦ ਵੱਲੋਂ ਵਿਚੋਲਗੀ ਕੀਤੇ ਜਾਣ ਉਪਰੰਤ ਇਹ ਹੜਤਾਲ ਖਤਮ ਹੋਈ ਸੀ। ਵਰਨਾ 1970ਵਿਆਂ ਤੇ 80ਵਿਆਂ ਦੇ ਦਹਾਕੇ ਵਿੱਚ ਦਿੱਤਾ ਸਮਨ ਦੇ ਜ਼ਮਾਨੇ ਵੇਲੇ ਕੋਈ ਵਿਰਲਾ ਸਨਅਤੀ ਘਰਾਣਾ ਹੀ ਹੜਤਾਲਾਂ ਦੇ ਪ੍ਰਭਾਵ ਤੋਂ ਬਚਿਆ ਸੀ। ਹੋਣ ਦੀ ਲੜਾਈ। ਜਦੋਂ 1991 ਵਿੱਚ JRD ਟਾਟਾ ਵੱਲੋਂ ਰਤਨ ਟਾਟਾ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਗਿਆ ਤਾਂ ਟਾਟਾ ਗਰੁੱਪ ਨੂੰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਗਰੁੱਪ ਦੀਆਂ ਕਈ ਵੱਡੀਆਂ ਕੰਪਨੀਆਂ ਵਿੱਚ ਕਈ ਪੁਰਾਣੇ ਖੁੰਡ ਸਨ ਜੋ ਕਿ ਆਪਣੇ ਆਪ ਨੂੰ ਇਸ ਅਹੁਦੇ ਦੇ ਹੱਕਦਾਰ ਸਮਝਦੇ ਸਨ। ਇਹਨਾਂ ਵਿੱਚ ਟਾਟਾ ਸਟੀਲ,
ਉਦੋਂ ਟਿਸਕੋ ਨੂੰ ਚਲਾ ਰਿਹਾ ਰੂਸੀ ਮੋਦੀ, ਇੰਡੀਅਨ ਹੋਟਲ ਚਲਾ ਰਿਹਾ ਅਜੀਤ ਕੇਰਕਰ ਅਤੇ ਟਾਟਾ ਕੈਮੀਕਲ ਦਾ ਮੁਖੀ ਦਰਬਾਰੀ ਸੇਠ ਆਦਿ ਸ਼ਾਮਲ ਸਨ। ਉਹਨਾਂ ਨੂੰ ਸਾੜਾ ਸਿਰਫ ਇਹੀ ਸੀ ਕਿ ਚੇਅਰਮੈਨੀ ਤੇ ਹੱਕ ਤਾਂ ਉਹਨਾਂ ਵਿੱਚੋਂ ਹੀ ਕਿਸੇ ਦਾ ਬਣਦਾ ਸੀ, ਪਰ ਰਤਨ ਟਾਟਾ ਨੂੰ ਕੁਨਬਾ ਪ੍ਰਸਤੀ ਤਹਿਤ ਉਹਨਾਂ ਦੇ ਸਿਰ ਤੇ ਬਿਠਾ ਦਿੱਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਟਾਟਾ ਪਰਿਵਾਰ ਵਿੱਚ ਬਹੁਤ ਸਾਰੇ ਜੋੜੇ ਬੇਔਲਾਦ ਸਨ ਅਤੇ ਟਾਟਾ ਸੰਸ ਦੇ ਮੁਖੀ ਚਾਚਿਆਂ ਤਾਇਆਂ ਦੇ ਪਰਿਵਾਰਾਂ ਵਿੱਚੋਂ ਲੈ ਜਾਂਦੇ ਸਨ। GRD ਟਾਟਾ ਦੀ ਵੀ ਆਪਣੀ ਕੋਈ ਔਲਾਦ ਨਹੀਂ ਸੀ ਤੇ ਰਤਨ ਟਾਟਾ ਹੋਰ ਪਰਿਵਾਰ ਵਿੱਚੋਂ ਸੀ। ਰਤਨ ਟਾਟਾ ਦੀ ਵੀ ਆਪਣੀ ਕੋਈ ਔਲਾਦ ਨਹੀਂ ਹੈ, ਇਸ ਲਈ ਇਹਨਾਂ ਸਭ ਨੇ ਮਿਲ ਕੇ ਰਤਨ ਟਾਟਾ ਨੂੰ ਫੇਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਰ ਰਤਨ ਟਾਟਾ ਨੇ ਆਪਣਾ ਨਾਂ ਕੇਵਲ ਲੋਹਾ ਹੀ ਮਨਵਾਇਆ, ਸਗੋਂ ਟਾਟਾ ਗਰੁੱਪ ਦੀ ਆਮਦਨ, ਜਾਇਦਾਦ ਤੇ ਪੂੰਜੀ ਧਾਰਕਾਂ ਦੇ ਮੁਨਾਫੇ ਵਿੱਚ ਵੀ ਚੋਖਾ ਵਾਧਾ ਕੀਤਾ। 1991 ਵਿੱਚ ਹੋਏ ਆਰਥਿਕ ਸੁਧਾਰਾਂ ਤੋਂ ਬਾਅਦ ਵਿੱਚ ਭਾਰਤ ਵਿੱਚ ਵਪਾਰ ਕਰਨ ਦੇ ਸਾਰੇ ਹੀ ਸਮੀਕਰਨ ਬਦਲ ਚੁੱਕੇ ਸਨ। ਹੁਣ ਉਹ ਵੇਲਾ ਨਹੀਂ ਸੀ ਕਿ ਕਿਸੇ ਕੋਲ ਕੋਈ ਚੀਜ਼ ਬਣਾਉਣ ਦਾ ਲਾਇਸੈਂਸ ਹੈ ਤਾਂ ਉਹ ਮਨ ਚਾਹਿਆ ਮੁਨਾਫਾ ਕਮਾ ਸਕਦਾ ਸੀ। ਹੁਣ ਹਰ ਕੋਈ ਵਪਾਰਕ ਖੇਤਰ ਵਿੱਚ ਆ ਸਕਦਾ ਸੀ, ਜਿਸ ਸਦਕਾ ਮੁਕਾਬਲੇਬਾਜ਼ੀ ਦਾ ਦੌਰ ਸ਼ੁਰੂ ਹੋ ਚੁੱਕਾ ਸੀ ਤੇ ਕਈ ਪੁਰਾਣੇ ਸਥਾਪਿਤ ਘਰਾਣੇ ਆਪਣੇ ਪਹਿਲੇ ਵਾਲੇ ਸੁਸਤ ਰਵੱਈਏ ਸਦਕਾ ਆਪਣੇ ਵਧੀਆ ਚੱਲਦੇ ਕਾਰੋਬਾਰ ਗੁਆ ਚੁੱਕੇ ਸਨ। ਰਤਨ ਟਾਟਾ ਨੇ ਨਾ ਸਿਰਫ ਬਦਲੇ ਮਾਹੌਲ ਅਨੁਸਾਰ ਟਾਟਾ ਦੀਆਂ ਕੰਪਨੀਆਂ ਵਿੱਚ ਲੋੜ ਅਨੁਸਾਰ ਬਦਲਾਅ ਕੀਤੇ, ਬਲਕਿ ਉਹਨਾਂ ਦੀ ਕਮਾਈ ਵਿੱਚ ਵੀ ਵਾਧਾ ਕੀਤਾ। ਉਸ ਦੇ ਸੀਟ ਤੇ ਬੈਠਣ ਵੇਲੇ ਤੀਕ ਟਾਟਾ ਕੰਪਨੀਆਂ ਦੇ ਉੱਪਰਲੇ ਅਧਿਕਾਰੀਆਂ ਦੀ ਤਾਂ ਪੂਰੀ ਤਰ੍ਹਾਂ ਬੱਲੇ-ਬੱਲੇ ਸੀ, ਪਰ ਹੇਠਲੇ ਪੱਧਰ ਤੇ ਨਾ ਤਾਂ ਕਰਮਚਾਰੀ ਬਹੁਤੇ ਖੁਸ਼ ਸਨ ਤੇ ਨਾ ਹੀ ਸ਼ੇਅਰ ਧਾਰਕਾਂ ਨੂੰ ਚੰਗੀ ਕਮਾਈ ਹੋ ਰਹੀ ਸੀ। ਟਾਟਾ ਸਟੀਲ ਵਿੱਚ ਮਾਲਕ ਕੰਪਨੀ ਟਾਟਾ ਸੰਸ ਦੀ ਹਿੱਸੇਦਾਰੀ ਮਾਤਰ 5% ਰਹਿ ਗਈ ਸੀ ਤੇ ਟਾਟਾ ਗਰੁੱਪ ਦੇ ਹੱਥੋਂ ਖੁੱਸ ਜਾਣ ਦਾ ਡਰ ਸੀ। ਉਸ ਅਹਿਮ ਮੌਕੇ ਇਸ ਦਾ ਕੰਟਰੋਲ ਰੂਸੀ ਮੋਦੀ ਕੋਲੋਂ ਲੈ ਕੇ ਨਾ ਕੇਵਲ ਰਤਨ ਟਾਟਾ ਨੇ ਇਸ ਨੂੰ ਬਚਾਇਆ, ਬਲਕਿ ਇਸ ਨੂੰ ਪੱਕੇ ਪੈਰੀ ਵੀ ਕੀਤਾ। ਅੱਜ ਟਾਟਾ ਸਟੀਲ ਵਿੱਚ ਟਾਟਾ ਸੰਸ ਦੀ ਹਿੱਸੇਦਾਰੀ 34% ਤੋਂ ਵਧੇਰੇ ਹੈ। ਇੱਕ ਵਕਤ ਤਾਂ ਟਾਟਾ ਸਟੀਲ ਦੀ ਹਾਲਤ ਇੰਨੀ ਪਤਲੀ ਹੋ ਗਈ ਸੀ ਕਿ 65,000 ਦੇ ਕਰੀਬ ਮੁਲਾਜ਼ਮਾਂ ਦੀ ਵੱਡੀ ਗਿਣਤੀ ਦਾ ਖਰਚ ਹੀ ਇਸ ਦੀ ਹੋਂਦ ਲਈ ਖਤਰਾ ਸੀ। ਉਸ ਵੇਲੇ ਰਤਨ ਟਾਟਾ ਨੇ ਰੂਸੀ ਮੋਦੀ ਨੂੰ ਕਿਹਾ ਸੀ ਕਿ ਜਾਂ ਤਾਂ ਇਹਨਾਂ ਕਰਮਚਾਰੀਆਂ ਦੀ ਗਿਣਤੀ ਅੱਧੀ ਕੀਤੀ ਜਾਵੇ, ਨਹੀਂ ਤਾਂ ਫਿਰ ਕੁਝ ਸਾਲਾਂ ਬਾਅਦ ਜਦੋਂ ਇਹ ਕੰਪਨੀ ਬੰਦ ਹੋ ਗਈ ਤਾਂ ਟਾਟਾ ਸਟੀਲ ਮਿਊਜ਼ੀਅਮ ਬਣ ਜਾਵੇਗੀ ਤੇ ਆਪਾਂ ਦੋਵੇਂ ਇਸ ਨੂੰ ਲੋਕਾਂ ਨੂੰ ਵਿਖਾਏ ਜਾਣ ਦੀਆਂ ਟਿਕਟਾਂ ਵੇਚ ਰਹੇ ਹੋਵਾਂਗੇ। ਇੰਜ ਵਾਧੂ ਕਰਮਚਾਰੀਆਂ ਨੂੰ ਮਹਿੰਗੇ ਭਾਅ ਮਰਜ਼ੀ ਨਾਲ ਰਿਟਾਇਰਮੈਂਟ ਯਾਨੀ VRS ਦਾ ਬਦਲ ਦੇ ਕੇ ਕੰਪਨੀ ਨੂੰ ਬਚਾਇਆ ਗਿਆ। ਟਾਟਾ ਗਰੁੱਪ ਦੀਆਂ ਦੂਸਰੀਆਂ ਕੰਪਨੀਆਂ ਦੀ ਤਕਦੀਰ ਵੀ ਰਤਨ ਟਾਟਾ ਨੇ ਇਸ ਤਰ੍ਹਾਂ ਦੇ ਸਖਤ ਫੈਸਲੇ ਲੈ ਕੇ ਹੀ ਬਦਲੀ ਸੀ। ਟਾਟਾ ਸਟੀਲ ਨੂੰ ਪੈਰਾਂ ਸਿਰ ਕਰਨ ਉਪਰੰਤ ਰਤਨ ਟਾਟਾ ਨੇ ਸਟੀਲ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪੈਰ ਪ੍ਰਸਾਰਣ ਹਿੱਤ ਵੱਡੀ ਪਹਿਲ ਕਰਦਿਆਂ ਐਂਗਲੋ ਡੱਚ ਕੰਪਨੀ ਕੋਰਸ ਸਟੀਲ ਨੂੰ 2006 ਵਿੱਚ $12 ਅਰਬ ਦੇ ਕੇ ਖਰੀਦਿਆ। ਇਸ ਤੋਂ 2 ਸਾਲ ਬਾਅਦ ਹੀ ਦੁਨੀਆ ਵਿੱਚ ਕਾਰਾਂ ਬਣਾ ਕੇ ਵੇਚਣ ਵਾਲੀ ਦਿੱਗਜ ਫੋਰਡ ਮੋਟਰ ਕੰਪਨੀ ਤੋਂ ਇਸ ਦੇ 2 ਵੱਡੇ ਬ੍ਰਾਂਡ ਜੈਗੁਆਰ ਤੇ ਲੈਂਡ ਰੋਵਰ ਵੀ ਖਰੀਦੇ। 2008 ਦਾ ਸਾਲ ਉਸ ਸਾਲ ਸੀ ਜਿਸ ਵਿੱਚ ਕਿ ਪੂਰਾ ਵਿਸ਼ਵ ਮੰਦੀ ਦੀ ਲਪੇਟ ਵਿੱਚ ਸੀ, ਜਿਸ ਕਾਰਨ ਅਮਰੀਕਾ ਦੀਆਂ ਕਾਰ ਕੰਪਨੀਆਂ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਸਨ ਤੇ ਜਨਰਲ ਮੋਟਰ ਦਾ ਤਾਂ ਇੱਕ ਵਾਰ ਦਿਵਾਲਾ ਹੀ ਨਿਕਲ ਗਿਆ ਸੀ। ਜਿੱਥੇ ਉਹਨਾਂ ਨੇ ਕਾਰਾਂ ਦੇ ਵੱਡੇ ਬ੍ਰਾਂਡ ਖਰੀਦੇ, ਉੱਥੇ ਹੀ ਉਹਨਾਂ ਨੇ ਆਮ ਲੋਕਾਂ ਵਾਸਤੇ ਸਸਤੀ ਕਾਰ ਨੈਣੋ ਵੀ ਬਾਜ਼ਾਰ ਵਿੱਚ ਉਤਾਰੀ, ਜਿਸ ਨੂੰ ਕਿ ਲੱਖ ਟਕੀਆ ਕਾਰ ਕਿਹਾ ਗਿਆ ਕਿਉਂਕਿ ਇਸ ਦੀ ਕੀਮਤ ਮਹਿਜ਼ 1 ਲੱਖ ਰੁਪਏ ਰੱਖੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਇਹ ਚੱਲ ਨਹੀਂ ਸਕੀ ਤੇ ਫੇਰ ਹੋ ਗਈ, ਪਰ ਉਸ ਦੇ ਇਸ ਉਦਮ ਨੇ ਆਮ ਲੋਕਾਂ ਲਈ ਛੋਟੀਆਂ ਤੇ ਸਸਤੀਆਂ ਕਾਰਾਂ ਬਣਾਏ ਜਾਣ ਦਾ ਸੁਪਨਾ ਕਈ ਕਾਰ ਕੰਪਨੀਆਂ ਦੇ ਮਨ ਵਿੱਚ ਭੇਜਿਆ। ਨੈਣੋ ਦੇ ਨਾਂ ਕਾਮਯਾਬ ਹੋਣ ਅਤੇ ਫਿਰ ਕੋਰਸ ਸਟੀਲ ਦੇ ਵੀ ਉਹਨੇ ਲਾਭਦਾਇਕ ਨਾ ਹੋਣ ਪਿੱਛੇ ਕੁਝ ਹੱਥ ਰਤਨ ਟਾਟਾ ਤੋਂ ਬਾਅਦ ਉਹਨਾਂ ਵੱਲੋਂ ਵੀ ਆਪਣੇ ਉੱਤਰਾਧਿਕਾਰੀ ਚੁਣੇ ਗਏ ਸਾਇਰਸ ਮਿਸਤਰੀ ਦਾ ਵੀ ਮੰਨਿਆ ਜਾਂਦਾ ਹੈ, ਜੋ ਕਿ ਪੇਸ਼ੇਵਰ ਤੌਰ ਤੇ ਉਹਨਾਂ ਕਾਬਲ ਨਹੀਂ ਸੀ। ਇਸੇ ਕਾਰਨ ਰਤਨ ਟਾਟਾ ਨੇ ਬਾਅਦ ਵਿੱਚ ਆਪਣਾ ਹੀ ਫੈਸਲਾ ਬਦਲਦਿਆਂ ਐਨ ਚੰਦਰ ਸ਼ੇਖਰਨ ਨੂੰ ਟਾਟਾ ਗਰੁੱਪ ਕੰਪਨੀ ਦੀ ਕਮਾਨ ਸੰਭਾਲੀ, ਜਿਹੜਾ ਕਿ ਨਾ ਤਾਂ ਪਾਰਸੀ ਸੀ ਤੇ ਨਾ ਹੀ ਟਾਟਾ ਦਾ ਸ਼ੇਅਰ ਹੋਲਡਰ। ਇਸ ਵਕਤ ਚੰਦਰ ਸ਼ੇਖਰਨ ਟਾਟਾ ਗਰੁੱਪ ਨੂੰ ਬਾਖੂਬੀ ਚਲਾ ਰਿਹਾ। ਰਤਨ ਟਾਟਾ ਬਾਬਤ ਇਹ ਵੀ ਜ਼ਿਕਰਯੋਗ ਹੈ ਕਿ ਉਸਨੇ ਟਾਟਾ ਦੀਆਂ ਕੰਪਨੀਆਂ ਲਈ ਤਾਂ ਅਰਬਾਂ ਖਰਬਾਂ ਕਮਾਏ, ਪਰ ਆਪਣੀ ਨਿੱਜੀ ਜਾਇਦਾਦ ਵਿੱਚ ਕੋਈ ਖਾਸ ਵਾਧਾ ਨਹੀਂ ਕੀਤਾ। ਉਹਨਾਂ ਨੇ 1962 ਵਿੱਚ ਬਤੌਰ ਟ੍ਰੇਨੀ ਨੌਕਰੀ ਸ਼ੁਰੂ ਕੀਤੀ ਤੇ ਫਿਰ 1991 ਵਿੱਚ ਇਸ ਦੇ ਚੇਅਰਮੈਨ ਬਣ ਕੇ 2012 ਵਿੱਚ ਰਿਟਾਇਰ ਹੋਣ ਤੀਕਰ ਕੋਈ 50 ਸਾਲ ਟਾਟਾ ਗਰੁੱਪ ਕੰਪਨੀ ਵਿੱਚ ਗੁਜ਼ਾਰੇ। ਇਹਨਾਂ 50 ਸਾਲਾਂ ਦੇ ਅਰਸੇ ਦੌਰਾਨ ਟਾਟਾ ਕੰਪਨੀਆਂ ਦੀ ਜਾਇਦਾਦ $5.9 ਅਰਬ ਤੋਂ ਵੱਧ ਕੇ $100 ਅਰਬ ਹੋ ਗਈ, ਜੋ ਕਿ 16 ਗੁਣਾ ਬਣਦੀ ਹੈ, ਜਿਸ ਵਿੱਚ ਬਤੌਰ ਚੇਅਰਮੈਨ ਉਹਨਾਂ ਦਾ ਵੱਡਾ ਯੋਗਦਾਨ ਸੀ। ਇਸ ਦੇ ਮੁਕਾਬਲੇ ਉਸ ਦੀ ਹੁਣ ਤੀਕਰ ਦੀ ਨਿੱਜੀ ਜਾਇਦਾਦ ਮਹਿਜ਼ $50 ਕਰੋੜ ਹੀ ਹੈ, ਜੋ ਕਿ ਉਸ ਦੀ ਕੀਤੀ ਕਮਾਈ ਦੇ ਸਾਹਮਣੇ ਬਹੁਤ ਨਿਗੂਣੀ ਕਹੀ ਜਾ ਸਕਦੀ ਹੈ।
ਉਹਨਾਂ ਨੇ ਨਿੱਜੀ ਜਾਇਦਾਦ ਵਿੱਚੋਂ ਇੱਕ ਵੱਡੀ ਰਕਮ ਸਿੱਖਿਆ, ਸਿਹਤ ਅਤੇ ਹੋਰ ਕਈ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਤੇ ਦਾਨ ਪੁੰਨ ਵਜੋਂ ਖਰਚ ਕੀਤੀ। ਉਸ ਦੇ ਇਹਨਾਂ ਕੰਮਾਂ ਸਦਕਾ ਜ਼ਿੰਦਗੀ ਵਿੱਚ ਉਸ ਨੂੰ ਅਨੇਕਾਂ ਮਾਣ ਸਨਮਾਨ ਮਿਲੇ, ਜਿਨ੍ਹਾਂ ਵਿੱਚ ਭਾਰਤ ਸਰਕਾਰ ਦੁਆਰਾ 2000 ਵਿੱਚ ਦਿੱਤਾ ਗਿਆ ਪਦਮ ਭੂਸ਼ਣ ਤੇ 2008 ਵਿੱਚ ਦਿੱਤਾ ਗਿਆ ਪਦਮ ਵਿਭੂਸ਼ਣ ਵੀ ਸ਼ਾਮਲ ਹਨ। ਰਤਨ ਟਾਟਾ ਦੇ ਸਮਾਜ ਭਲਾਈ ਦੇ ਕੰਮ। ਟਾਟਾ ਗਰੁੱਪ ਹਿੰਦੁਸਤਾਨ ਦੇ ਸਨਅਤੀ ਖੇਤਰ ਦਾ ਇੱਕ ਅਜਿਹਾ ਕਾਰੋਬਾਰੀ ਅਦਾਰਾ ਹੈ ਜਿਸ ਨੇ ਮੁਨਾਫਾ ਤਾਂ ਜ਼ਰੂਰ ਕਮਾਇਆ, ਪਰ ਇਸ ਨੂੰ ਲੋਕਾਂ ਤੇ ਦੇਸ਼ ਦੀ ਭਲਾਈ ਉੱਪਰ ਵੀ ਬਾਖੂਬੀ ਖਰਚ ਕੀਤਾ। ਸਿੱਖਿਆ ਦੇ ਖੇਤਰ ਵਿੱਚ ਅਨੇਕਾਂ ਉੱਚ ਵਿਦਿਅਕ ਅਦਾਰੇ, ਜਿਨ੍ਹਾਂ ਵਿੱਚ IIST, TISS ਮੁੰਬਈ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਅਤੇ NCPA ਸ਼ਾਮਲ ਹਨ, ਸਥਾਪਿਤ ਕੀਤੇ ਜਾਣ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਤਕੜੇ ਵਜ਼ੀਫੇ ਦਿੱਤੇ ਜਾਂਦੇ ਹਨ। ਇੰਜੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੋਲਕਾਤਾ ਦੇ ਟਾਟਾ ਮੈਡੀਕਲ ਸੈਂਟਰ ਤੋਂ ਇਲਾਵਾ ਅਨੇਕ ਸੰਸਥਾਵਾਂ ਬਣਾਈਆਂ ਤੇ ਪੇਂਡੂ ਖੇਤਰਾਂ ਵਿੱਚ ਖੇਤੀ ਦੇ ਵਿਕਾਸ ਲਈ ਟਰਾਂਸਫਾਰਮਿੰਗ ਰੂਰਲ ਇੰਡੀਆ ਨਾਮਕ ਉਪਰਾਲਾ ਸ਼ੁਰੂ ਕੀਤਾ। ਹੋਰ ਤਾਂ ਹੋਰ ਟਾਟਾ ਗਰੁੱਪ ਨੇ ਕੋਵਿਡ-19 ਦੌਰਾਨ ਵੀ ਖੁੱਲ੍ਹ ਕੇ ਸਰਕਾਰ ਦੀ ਮਾਲੀ ਇਮਦਾਦ ਕੀਤੀ ਅਤੇ 500 ਕਰੋੜ ਰੁਪਏ ਇਸ ਮਹਾਮਾਰੀ ਨਾਲ ਲੜਨ ਖਾਤਰ ਦਿੱਤੇ। ਉਹਨਾਂ ਦੇ ਲੋਕ ਭਲਾਈ ਦੇ ਕੰਮਾਂ ਉੱਪਰ ਹੀ ਵੱਡਅਕਾਰੀ ਕਿਤਾਬ ਲਿਖੀ ਜਾ ਸਕਦੀ ਹੈ। ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਰਿਹਾ ਹੋਵੇ ਕਿ ਉਹ ਇੱਕ ਸੂਖਮ ਦਿਲ ਇਨਸਾਨ ਤੇ ਕਵੀ ਵੀ ਸਨ। ਇਸ ਜਹਾਨ ਤੋਂ ਰੁਖਸਤੀ ਦੇ ਮੌਕੇ ਤੇ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਅਨੇਕ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ, ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਨਾ ਸੀ। ਇਸ ਤਰ੍ਹਾਂ ਦੇ ਇਨਸਾਨਾਂ ਦੇ ਜਾਣ ਨਾਲ ਸਮੁੱਚੇ ਦੇਸ਼ ਦੇ ਲੋਕਾਈ ਨੂੰ ਘਾਟਾ ਪੈਂਦਾ ਹੈ। ਸਲਾਮ ਹੈ ਰਤਨ ਟਾਟਾ ਨੂੰ ਤੇ ਉਸ ਦੇ ਕੰਮਾਂ ਨੂੰ। ਸ਼ਾਇਦ ਉਸ ਦੇ ਕੀਤੇ ਕੰਮਾਂ ਤੋਂ ਕੋਈ ਹੋਰ ਪੈਸੇ ਵਾਲਾ ਵਿਅਕਤੀ ਸੇਧ ਲੈ ਕੇ ਉਸ ਦੇ ਦਰਸਾਏ ਮਾਰਗ ਤੇ ਚੱਲਣ ਦਾ ਹਿਆ ਕਰੇ। ਇਹ ਦੁਆ ਅਤੇ ਆਸ ਕਰਦਿਆਂ ਇਹਨਾਂ ਚੰਦ ਸ਼ਬਦਾਂ ਰਾਹੀਂ ਦੇਸ਼ ਦੇ ਅਸਲ ਰਤਨ ਨਵਲ ਟਾਟਾ ਨੂੰ ਅਲਵਿਦਾ ਕਹਿੰਦੇ ਹਾਂ। ਦੋਸਤੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ। ਧੰਨਵਾਦ।